टॉपिक हैगा तुहाडे कोल न्यूटन्स फॉर्मूला for velocity of sound और ਇਹਦੇ ਨਾਲ ਹੀ बेटा ऐड करके टॉपिक कंप्लीट होना and Laplace correction Newton's formula for velocity of sound and Laplace correction टॉपिक बनना की आ ਉਹਦੇ ਚ ਆਪਣੇ ਕੋਲ ਹੈਗਾ ਕੀ ਆ ਆਪਾਂ ਇੱਕ ਟੌਪਿਕ ਪੜਿਆ ਸੀਗਾ ਟੈਸਟ ਦੇ ਵਿੱਚ ਵੀ ਪਾਇਆ ਮੈਂ ਉਹ ਵਾਲਾ velocity of longitudinal waves velocity of longitudinal waves ਦੀ ਇੱਕ ਐਗਜ਼ਾਮਪਲ ਲਵਾਂ ਤੁਸੀਂ ਕਹਿੰਦੇ ਜਿਹੜੀ ਸਾਡੀ ਸਾਊਂਡ ਵੇਵ ਆ ਠੀਕ ਹੈ ਜੀ ਸਾਊਂਡ ਵੇਵ ਦੀ ਪ੍ਰੋਪੇਗੇਸ਼ਨ ਜਿਹੜੀ ਆ ਉਹ ਅਸੀਂ ਕਹਿੰਦੇ ਜੀ longitudinal wave ਦੀ ਫਾਰਮ ਚ ਹੁੰਦੀ ਆ ਯਾਨੀ when the sound will travel ਠੀਕ ਹੈ when the sound will travel in a given medium ਤੇ it always to be travel in the form of a longitudinal waves ਤੇ longitudinal wave ਦੇ travel ਕਰਨ ਦੀ ਸਪੀਡ ਜਿਹੜੀ ਹੈਗੀ ਆ ठीक है ਉਹਦਾ ਇੱਕ ਫਾਰਮੂਲਾ ਸੀਗਾ we know that velocity of sound is given by ਇਹਦਾ ਫਾਰਮੂਲਾ ਸਾਡੇ ਕੋਲ ਆ ਜਾਂਦਾ v equal to b by rho b ਤੇ rho ਕਿਹਦੇ ਸਿੰਬਲ ਸੀਗੇ bulk modulus and density ਬਲਕ ਮੋਡੂਲਸ ਐਂਡ ਡੈਂਸਿਟੀ ਹੈ ਨਾ ਹੁਣ ਇੱਥੋਂ ਹੀ ਪੁੱਤ ਆਪਣਾ ਐਸ ਸੱਚ ਜਿਹੜਾ ਨਿਊਟਨ ਫਾਰਮੂਲਾ ਡਰਾਈਵ ਹੁੰਦਾ ਵਾ ਬੇਸਿਕਲੀ ਟੌਪਿਕ ਹੈਗਾ ਕੀ ਆ ਨਿਊਟਨ ਨੇ ਸਾਊਂਡ ਦੀ ਸਪੀਡ 에ਅਰ ਮੀਡੀਅਮ ਚ ਕੈਲਕੂਲੇਟ ਕਰਕੇ ਦਿੱਤੀ ਕਿ 에ਅਰ ਜਦੋਂ ਸਾਊਂਡ ਚ ਟਰੈਵਲ ਕਰ 에ਅਰ ਚ ਟਰੈਵਲ ਕਰਦੀ ਆ ਤੇ ਸਾਊਂਡ ਦੀ 에ਅਰ ਚ ਟਰੈਵਲ ਕਰਨ ਦੀ ਸਪੀਡ ਮੈਥਮੈਟਿਕਲੀ ਕੈਲਕੂਲੇਟ ਕਰੀਏ ਤਾਂ ਕਿੰਨੀ ਆਉਂਦੀ ਆ ਠੀਕ ਹੈ ਤੇ ਐਕਸਪੈਰੀਮੈਂਟਲ ਵੈਲਿਊ ਸਾਊਂਡ ਦੀ 에ਅਰ ਚ ਸਾਨੂੰ ਪਤਾ ਕਹਿੰਦਾ ਜੀ ਕਿੰਨੀ ਸਪੀਡ ਤੇ ਟਰੈਵਲ ਕਰਦੀ ਆ ਤੇ ਮੈਥਮੈਟਿਕਲੀ ਅਸੀਂ ਉਹਦੀ ਐਕਸਪਲੇਨੇਸ਼ਨ ਜਿਹੜੀ ਆ ਠੀਕ ਹੈ ਉਹ ਕਿਹੜੇ ਵੇ ਨਾਲ ਬਿਲਟ ਅਪ ਕਰੀਏ ਉਹਦੇ ਲਈ ਨਿਊਟਨਸ ਨੇ ਉਹਨੂੰ ਐਸ ਸੱਚ ਮੈਥਮੈਟਿਕਲੀ ਕੈਲਕੂਲੇਟ ਕਰਕੇ ਦਿੱਤਾ ਬਟ ਅੱਗੇ ਜਾ ਕੇ ਆਪਾਂ ਲੈਪਲੇਸ ਕਰੈਕਸ਼ਨ ਲਿਖਿਆ ਵਾ ਲੈਪਲੇਸ ਕਰੈਕਸ਼ਨ ਵਾਲਾ ਪਾਰਟ ਕੀ ਬਣਨਾ ਵਾ ਕਿ ਜਿਹੜੀ ਸਾਊਂਡ ਦੀ ਸਪੀਡ ਨਿਊਟਨਸ ਨੇ ਮੈਥਮੈਟਿਕਲੀ ਕੈਲਕੂਲੇਟ ਕੀਤੀ ਆਪਣੀ ਥਿਊਰੀ ਦੇ ਕੇ ਹਨਾ ਉਹਦੇ ਅੰਦਰ ਉਹਨੇ ਕੁਝ ਅਜ਼ੰਪਸ਼ਨਸ ਗਲਤ ਕਹਿੰਦਾ ਜੀ ਲਿੱਤੀਆਂ ਸੀਗੀਆਂ ਜਿਹਦੇ ਕਰਕੇ ਹੋਇਆ ਇਹ ਕਿ ਨਿਊਟਨਸ ਨੇ ਜਿਹੜੀ ਸਪੀਡ ਕੈਲਕੂਲੇਟ ਕੀਤੀ ਤੇ ਜਿਹੜੀ ਸਾਊਂਡ ਦੀ ਐਕਸਪੈਰੀਮੈਂਟਲ ਅਸੀਂ ਵੈਲਿਊ ਕੈਲਕੂਲੇਟ ਕੀਤੀ ਹੋਈ ਆ ਉਹਦੀ ਸਪੀਡ ਦੀ ਉਹ ਚ ਨੀਅਰ ਅਬਾਊਟ 16% ਦੀ ਐਰਰ ਸੀਗੀ ਮਤਲਬ ਜਿਹੜੀ ਮੈਥਮੈਟਿਕਲ ਕੈਲਕੂਲੇਟਡ ਇਸ ਮੈਥਡ ਦਾ ਤੇ ਜਿਹੜੀ ਐਕਸਪੈਰੀਮੈਂਟਲ ਸਾਡੇ ਕੋਲ ਆਲਰੇਡੀ ਹੈਗੀ ਵੈਲਿਊ ਉਸ ਦੇ ਅੰਦਰ ਨੀਅਰ ਅਬਾਊਟ 16% ਦੀ ਐਰਰ ਸੀਗੀ ਠੀਕ ਹੈ ਜਿਹੜੀ ਕਿ ਲੈਪਲੇਸ ਨੇ ਫਾਈਂਡ ਆਊਟ ਕਰਕੇ ਦੱਸੀ ਉਹਨੇ ਕਿਹਾ ਕਿ ਵੀ ਜਿਹੜੀ ਸਪੀਡ ਨਿਊਟਨ ਕੈਲਕੂਲੇਟ ਕਰਦਾ ਪਿਆ ਠੀਕ ਹੈ ਔਰ ਜਿਹੜੇ ਮੈਥਡ ਦੇ ਬੇਸ ਇਹ ਕੈਲਕੂਲੇਟ ਕਰਦਾ ਉਸ ਮੈਥਡ 'ਚ ਇੱਕ ਐਰਰ ਹੈਗੀ ਆ ਠੀਕ ਹੈ ਉਹਦੇ ਅਜ਼ੰਪਸ਼ਨਸ ਗਲਤ ਸੀਗੀਆਂ ਉਹਨੇ ਉਹ ਅਜ਼ੰਪਸ਼ਨਸ ਨੂੰ ਕਰੈਕਟ ਕਰਕੇ ਆਪਣੇ ਫਿਰ ਮੈਥਡ ਨਾਲ ਜਿਹੜੀ ਸਪੀਡ ਕੱਢ ਕੇ ਦਿੱਤੀ ਠੀਕ ਹੈ ਜੀ ਉਹ ਸਪੀਡ ਐਕੂਰੇਟਲੀ ਜਿਹੜੀ ਸਾਡੀ ਐਕਸਪੈਰੀਮੈਂਟਲ ਵੈਲਿਊ ਨਾਲ ਮੈਚ ਕਰਦੀ ਆ ਅਸੀਂ ਦੋਨੋਂ ਉਹੀ ਚੀਜ਼ਾਂ 'ਚ ਡਿਫਾਈਨ ਕਰਨੀਆਂ ਕਿ ਨਿਊਟਨ ਨੇ ਐਸ ਸੱਚ ਕਿਹੜੀ ਅਜ਼ੰਪਸ਼ਨ ਬੇਸ ਆਪਣੀ ਸਪੀਡ ਕੈਲਕੂਲੇਟ ਕਰਕੇ ਦਿਖਾਈ ਉਹਦੀ ਸਾਊਂਡ ਦੀ ਤੇ ਫਿਰ ਲੈਪਲੇਸ ਨੇ ਕਰੈਕਸ਼ਨ ਕੀ ਲਗਾਈ क्या इन्नी गल क्लियर है yes sir चल ਹੁਣ ਇਹਨੂੰ ਕੰਟੀਨਿਊ ਕਰੀਏ ਤੇ ਬੇਟਾ ਉਹਨੇ ਐਸ ਸੱਚ ਨਿਊਟਨਸ ਦੀ ਅਜ਼ੰਪਸ਼ਨ ਕੀ ਸੀਗੀ ਆਪਾਂ ਕਹਿੰਦੇ ਕਿ ਜਦੋਂ ਸਾਊਂਡ 에ਅਰ ਚ ਪ੍ਰੋਪੇਗੇਟ ਕਰਦੀ ਆ ਉਹ ਲੌਂਗੀਟਿਊਡਨਲ ਵੇਵ ਦੀ ਫਾਰਮ ਚ ਟਰੈਵਲ ਕਰਦੀ ਤੇ ਜਦੋਂ ਸਾਊਂਡ ਲੌਂਗੀਟਿਊਡਨਲ ਵੇਵ ਦੀ ਫਾਰਮ ਚ 에ਅਰ ਚ ਟਰੈਵਲ ਕਰਦੀ ਹੈ ਨਾ ਤੇ ਉਹਨੇ ਕਿਹਾ ਕਿ ਵੀ ਸਾਊਂਡ ਵਿਲ ਟਰੈਵਲ ਇਨ ਦਾ ਫਾਰਮ ਆਫ ਕੰਪਰੈਸ਼ਨ ਐਂਡ ਰੇਅਰਫੈਕਸ਼ਨ in air under isothermal condition ਉਹਨੇ ਕਿਹਾ ਕਿ ਜਦੋਂ 에ਅਰ ਚ ਸਾਊਂਡ ਟਰੈਵਲ ਕਰਦੀ ਹੈ ਨਾ ਤੇ 에ਅਰ ਦੇ ਅੰਦਰ ਕੰਪਰੈਸ਼ਨ ਤੇ ਰੇਅਰਫੈਕਸ਼ਨ ਬਣਦੇ ਆ ਠੀਕ ਹੈ ਕਿਉਂਕਿ ਜਿਹੜਾ ਲੌਂਗੀਟਿਊਡਨਲ ਵੇਵ ਨੇ ਇਹਦੀ ਪ੍ਰੋਪੇਗੇਸ਼ਨ ਜਦੋਂ ਅਸੀਂ ਐਕਸਪਲੇਨ ਕਰਦੇ ਅਸੀਂ ਕਹਿੰਦੇ ਜੀ ਮੀਡੀਅਮ ਚ ਕੰਪਰੈਸ਼ਨ ਤੇ ਮੀਡੀਅਮ ਚ ਰੇਅਰਫੈਕਸ਼ਨਸ ਬਣਦੇ ਨੇ ਕੰਪਰੈਸ਼ਨ ਅਸੀਂ ਡਿਫਾਈਨ ਕਰਦੇ ਹਾਈ ਡੈਂਸਿਟੀ ਹਾਈ ਪ੍ਰੈਸ਼ਰ ਰੀਜਨ ਨੂੰ ਰੇਅਰਫੈਕਸ਼ਨ ਅਸੀਂ ਡਿਫਾਈਨ ਕਰਦੇ ਲੋ ਡੈਂਸਿਟੀ ਲੋ ਪ੍ਰੈਸ਼ਰ ਰੀਜਨ ਤੇ ਉਹਨੇ ਕਿਹਾ ਕਿ ਜਦੋਂ ਸਾਊਂਡ ਟਰੈਵਲ ਕਰਨੀ ਇੱਕ ਪਰਸਨ ਤੋਂ ਦੂਜੇ ਪਰਸਨ ਤੱਕ 에ਅਰ ਮੀਡੀਅਮ ਦੇ ਥਰੂ ਤੇ 에ਅਰ ਦੇ ਅੰਦਰ ਉਸ ਪ੍ਰੋਪੇਗੇਸ਼ਨ ਦੇ ਅੰਦਰ ਜਿਹੜਾ ਮੀਡੀਅਮ ਹੈ ਨਾ ਉਹ ਆਈਸੋਥਰਮਲ ਕੰਡੀਸ਼ਨਸ ਨੂੰ ਜਸਟੀਫਾਈ ਕਰਦਾ
मतलब ਉਹਨੇ ਕੀ ਕੀਤਾ, ਇਸ ਲੌਂਗੀਟਿਊਡਨਲ ਵੇਵ ਦੀ ਸਪੀਡ ਦੇ ਫਾਰਮੂਲੇ ਦੇ ਅੰਦਰ ਬਲਕ ਮੋਡੂਲਸ ਦੀ ਵੈਲਿਊ ਕੈਲਕੂਲੇਟ ਕੀਤੀ, ਠੀਕ ਹੈ, ਅੰਡਰ ਆਈਸੋਥਰਮਲ ਕੰਡੀਸ਼ਨ। ਉਹਦੇ ਅਕੋਰਡਿੰਗਲੀ ਇਹ ਸੀਗਾ ਕਿ ਜਦੋਂ ਸਾਊਂਡ ਨੇ 에ਅਰ 'ਚ ਟਰੈਵਲ ਕਰਨਾ, ਠੀਕ ਹੈ, ਤੇ 에ਅਰ 'ਚ ਸਾਊਂਡ ਆਈਸੋਥਰਮਲ ਕੰਡੀਸ਼ਨ 'ਚ ਜਦੋਂ ਟਰੈਵਲ ਕਰਦੀ ਹੈ ਨਾ, ਉਹਦਾ ਮਤਲਬ ਇਹ ਆ ਕਿ ਜਦੋਂ ਕਿਤੇ ਕੰਪਰੈਸ਼ਨ ਦਾ ਰੀਜਨ ਬਣਦਾ, ਉੱਥੇ ਪ੍ਰੈਸ਼ਰ ਵੱਧ ਗਿਆ, ਪ੍ਰੈਸ਼ਰ ਵੱਧ ਗਿਆ ਤੇ ਉੱਥੇ ਟੈਂਪਰੇਚਰ ਵੀ ਵੱਧ ਗਿਆ, ਠੀਕ ਹੈ, ਕਿਉਂਕਿ ਪ੍ਰੈਸ਼ਰ ਡਾਇਰੈਕਟਲੀ ਟੂ ਟੈਂਪਰੇਚਰ ਆ। ਇਵਨ ਕੰਪਰੈਸ਼ਨ ਵਾਲੇ ਰੀਜਨ 'ਚ ਪ੍ਰੈਸ਼ਰ ਦੇ ਵਧਣ ਨਾਲ ਟੈਂਪਰੇਚਰ ਵਧਿਆ, ਰੇਅਰਫੈਕਸ਼ਨ ਵਾਲੇ ਰੀਜਨ ਦੇ ਅੰਦਰ ਕਹਿੰਦਾ ਜੀ ਪ੍ਰੈਸ਼ਰ ਦੇ ਡਿਕਰੀਜ਼ ਕਰਨ ਨਾਲ ਟੈਂਪਰੇਚਰ ਡਿਕਰੀਜ਼ ਕਰ ਗਿਆ। ਉਹਨੇ ਕਿਹਾ ਕਿ 에ਅਰ ਦੇ ਥਰੂ ਕੀ ਹੁੰਦਾ ਕਿ ਜਿਹੜੀ ਐਸ ਸੱਚ ਹੀਟ એનર્ਜੀ ਆ ਉਹ ਕੰਪਰੈਸ਼ਨ ਵਾਲੇ ਰੀਜਨ 'ਚੋਂ ਟ੍ਰਾਂਸਫਰ ਹੋ ਕੇ ਰੇਅਰਫੈਕਸ਼ਨ ਵਾਲੇ ਰੀਜਨ 'ਚ ਜਾਂਦੀ, ਜਿਹਦੇ ਕਰਕੇ ਕੰਪਰੈਸ਼ਨ ਤੇ ਰੇਅਰਫੈਕਸ਼ਨ ਦੋਨਾਂ ਰੀਜਨ ਦਾ ਟੈਂਪਰੇਚਰ ਜਿਹੜਾ ਵਾ ਉਹ ਕਾਂਸਟੈਂਟ ਬਣਿਆ ਰਹਿੰਦਾ। ਯਾਨੀ ਮੀਡੀਅਮ ਦੇ ਅੰਦਰ ਹੀਟ ਟ੍ਰਾਂਸਫਰ ਹੁੰਦੀ ਪਈ ਆ ਕੰਪਰੈਸ਼ਨ ਰੀਜਨ ਤੋਂ ਰੇਅਰਫੈਕਸ਼ਨ ਵਾਲੇ ਰੀਜਨ 'ਚ, ਜਿਹਦੇ ਨਾਲ ਕੰਪਰੈਸ਼ਨ ਤੇ ਰੇਅਰਫੈਕਸ਼ਨ ਵਾਲੇ ਰੀਜਨ ਦਾ ਟੈਂਪਰੇਚਰ ਜਿਹੜਾ ਉਹ ਕਾਂਸਟੈਂਟ ਬਣਿਆ ਰਹਿੰਦਾ। ਕਿ ਇੰਨੀ ਗੱਲ ਸਮਝ ਲੱਗੀ? Yes, sir. Yes, sir. Yes, sir. ਜਿਹੜੀ ਤੁਸੀਂ ਐਸਾ ਚ ਪੂਰੇ ਟੌਪਿਕ ਦੇ ਅੰਦਰ ਸਮਝਣ ਵਾਲੀ ਚੀਜ਼ ਉਹ ਇਹ ਆ ਕਿ ਵੀ ਤੁਸੀਂ ਬਲਕ ਮੋਡੂਲਸ ਦੀ ਵੈਲਿਊ ਨਿਊਟਨ ਨੇ ਕਿੱਦਾਂ ਡਿਵੈਲਪ ਕੀਤੀ, ਕਿਹੜੀ ਅਸੰਪਸ਼ਨ ਦੇ ਬੇਸ ਤੇ, ਔਰ ਲੈਪਲਸ ਨੇ ਕਿੱਥੋਂ ਕੀਤੀ, ਬਸ ਆਹ ਮੇਨ ਚੀਜ਼ ਸਮਝਣ ਵਾਲੀ ਆ। ਸੋ ਇਸ ਬਲਕ ਮੋਡੂਲਸ ਦੀ ਵੈਲਿਊ ਲਈ ਨਿਊਟਨ ਦੇ ਅਕੋਰਡਿੰਗਲੀ ਆਈਸੋਥਰਮਲ ਕੰਡੀਸ਼ਨ ਦੇ ਅੰਦਰ ਸਾਊਂਡ ਦੀ ਪ੍ਰੋਪੇਗੇਸ਼ਨ ਆ, ਤੇ ਉਹਦੇ ਅਕੋਰਡਿੰਗਲੀ ਆਪਾਂ ਲਿਖੇ ਤਾਂ ਕੀ ਹੋ ਗਿਆ, ਅਕੋਰਡਿੰਗ ਟੂ ਨਿਊਟਨ, ठीक है जी, अकॉर्डिंग टू न्यूटन्स, ठीक है, साउंड प्रोपेगेट इन मीडियम अंडर आइसोथर्मल कंडीशन। साउंड आइसोथर्मल कंडीशन दे अंदर प्रोपेगेट कर दिया, दैट इज PV equal to constant। आइसोथर्मल दी कंडीशन PV equal to constant सीगी, ते जे PV equal to constant आ ते बेटा बल्क मॉडुलस नु सोचो, बल्क मॉडुलस असी डिफाइन कीता होया नॉर्मल स्ट्रेस ओवर वॉल्यूमेट्रिक स्ट्रेन, ठीक है, बल्क मॉडुलस नु असी नॉर्मल स्ट्रेस बाय वॉल्यूमेट्रिक स्ट्रेन तो बनाने आ। सो इथे एदा मतलब आ जे मैं नॉर्मल स्ट्रेस कहां ते ओ प्रेशर नु कह दिंने आपां, प्रेशर दी फॉर्म च फोर्स बाय एरिया। वॉल्यूमेट्रिक स्ट्रेन का मतलब है चेंज इन वॉल्यूम बाय ओरिजिनल वॉल्यूम। उस टर्म नु डेवलप करने वास्ते आप चेंज इन वॉल्यूम लेके आना, उहदे लई इहनू डिफरेंशिएट कर दियो, ते जे इहनू मैं डिफरेंशिएट करा, डिफरेंशिएटेड इन पार्शियल डिफरेंशिएशन करांगा, ठीक है। पार्शियल डिफरेंशिएशन का मतलब यह हुंदा एक टर्म दी चेंज नु शो कर लो, दूजे नु कांस्टेंट लिख दो, दूजे दी चेंज शो ऑफ कर लो तो पहले नु कांस्टेंट लिख दो, मतलब P इंटू dv, ठीक है जी, P इंटू dv प्लस V इंटू dp, और कांस्टेंट दी डिफरेंशिएशन 0 आ, ठीक है। इनू सॉल्व कर दिए ते P इंटू dv इक्वल टू माइनस V dp, ते इथों P दी वैल्यू आ गई माइनस V इंटू dp बाय dv, और जे V नु मैं इथों थल्ले ले जावां, ठीक है, जे नीचे इथे डिनोमिनेटर वाली टर्म च एडजस्ट कर लवां, ते देयरफॉर साडे कोल P दी वैल्यू बन जाएगी माइनस dp ओवर dv बाय V। क्या इन्नी चीज समझ लगदी पई? Yes, sir. Yes, sir. हुण पुत्त आ अपने आप च टर्म लईए ते ऊपरली टर्म मेरी स्ट्रेस दे कोरस्पोंडिंग आ, नीचे चेंज इन वॉल्यूम बाय ओरिजिनल वॉल्यूम वॉल्यूमेट्रिक स्ट्रेन बन जाएगा, और नेगेटिव साइन यही इंडिकेट करता है कि जिस रीजन च प्रेशर मेरे को जेड़ा वध रहा उत्थे वॉल्यूम घट रहा, यानी आ सारे दी सारी चीज है ना अपने आप च मेरे को बल्क मॉडुलस दी वैल्यू सीगी। ਇਹਦਾ मतलब ਇਹ ਹੋਇਆ कि न्यूटन्स ने इस बल्क मॉडुलस दी वैल्यू ਜਿਹੜੀ ਆ ਉਹ अंडर आइसोथर्मल कंडीशन कैलकुलेट ਕੀਤੀ, ਤੇ अंडर आइसोथर्मल कंडीशन ਜਿਹੜਾ ਵਾ बल्क मॉडुलस ਦੀ वैल्यू इस प्रेशर ਦੇ बराबर आ गई, ਜਿਹੜੀ 에ਅਰ ਚ ਸਾਊਂਡ ਟਰੈਵਲ ਕਰਦੀ ਪਈ ਉਹਦਾ ਜਿੰਨਾ ਉਸ ਵੇਲੇ ਐਟਮੋਸਫੈਰਿਕ ਪ੍ਰੈਸ਼ਰ ਹੋਏਗਾ ਉਹਦੇ ਬਰਾਬਰ ਮੇਰੇ ਕੋਲ ਬਲਕ ਮੋਡੂਲਸ ਦੀ ਵੈਲਿਊ ਆ ਜੂ, ਤੇ ਇਸ ਵੈਲਿਊ ਨੂੰ ਆਪਾਂ ਇਸ ਇਕੁਏਸ਼ਨ ਨੰਬਰ 1 ਚ ਪੁੱਟ ਅਪ ਕਰ ਦਈਏ, ਇਹ ਇੱਥੇ ਪੁੱਟ ਅਪ ਕਰ ਦਵਾਂ, ਤੇ देयरफॉर स्पीड ऑफ साउंड ਦੀ ਵੈਲਿਊ ਆਪਣੇ ਕੋਲ V equal to
P by rho आ जू। क्या इना क्लियर आ? Yes. अग्यों इथे जे एटमॉस्फेरिक प्रेशर दी वैल्यू पुट अप करनी है या तो सीधी वैल्यू पुट अप कर दो, ठीक है, और डेंसिटी ऑफ एयर सब्स्टिट्यूट कर दियो। अदरवाइज इथे सिंपली फार्मूला लेके कि भी प्रेशर नु असी HdG by rho लिख दिए, ठीक है। ते इथे तुसी डायरेक्ट लिख सकते हो by substituting the values of a various standard constant। हाइट ऑफ मरकरी कॉलम 76 सेंटीमीटर मरकरी कॉलम हुंदी आ जदों 1 एटमॉस्फेरिक प्रेशर हुंदा, ठीक है। डेंसिटी ऑफ मरकरी 13.6 into 10 raised to power 3 आ। जी दी वैल्यू सानू पता वा। डेंसिटी ऑफ एयर याद रख लोगे, डेंसिटी ऑफ एयर जेडी साडे कोल हैगी आ ओदी वैल्यू 1.293 किलोग्राम पर मीटर क्यूब, ठीक है। बेशक वैल्यूज याद रख के तुसी सब्स्टिट्यूट कर दियो, अदरवाइज तुसी डायरेक्ट इथे लिख सकते हो by substituting the values of a various standard constants, ठीक है, we can calculate the value of the speed of sound। और इन सारे कांस्टेंट दी वैल्यू पुट करके इहदी न्यूमेरिकल कैलकुलेशन करके दिखाने दी लोड़ नहीं होएगी। आर्टिकल च तुसी डायरेक्ट वैल्यू लिख सकते हो, न्यूमेरिकल होएगा तो ਅਸੀਂ ਇਹਦੀ वैल्यू सॉल्व करके दवांगे। इथे तुसी डायरेक्ट ਉਹਦੀ वैल्यू डिफाइन कर सकते हो। इन्नी गल समझ लगदी पई? Yes, sir. Yes, sir. चलो ਹੁਣ ਇੱਥੇ ਜੇ ਆਪਾਂ ਸਾਰੇ ਕਾਂਸਟੈਂਟਸ ਦੀ ਵੈਲਿਊ ਸਬਸਟੀਟਿਊਟ ਕਰੀਏ, ਮੈਂ ਇੱਥੇ ਪੁੱਟ ਅਪ ਕਰਕੇ ਦੇਣਾ ਤੁਹਾਨੂੰ ਵੈਲਿਊ, ਇੱਥੇ ਹੁਣ ਵੈਲਿਊ ਪੁੱਟ ਅਪ ਕਰਕੇ ਦੇ ਰਿਹਾ। ਤੁਸੀਂ ਬੇਸ਼ੱਕ ਫਾਰਮੂਲੇ 'ਚ ਵੈਲਿਊ ਨਾ ਭਰਿਓ, ਤੁਸੀਂ ਡਾਇਰੈਕਟ ਲਿਖ ਸਕਦੇ ਹੋ, ठीक है। therefore velocity कैलकुलेट करिए, हाइट ऑफ मरकरी कॉलम 0.76 मीटर बन जाएगा। डेंसिटी ऑफ मरकरी 13.6 into 10 raised to power 3 आ जाएगी। जी दी वैल्यू 9.8 आ जाएगी। डेंसिटी ऑफ एयर 1.293 into 10 raised to power 1. into नहीं है ना, आ जाएगी। और जे सारियां वैल्यूज दी कैलकुलेशन कंप्लीट करिए ते साउंड दी वेलोसिटी आंदी आ 280 मीटर पर सेकंड। जेडी साउंड दी स्पीड अंडर नॉर्मल कंडीशन एट एनटीपी आंदी है साडे कोल, है ना, वो पुत एज सच थ्योरेटिकल कैलकुलेशन चो आंदी 280 मीटर पर सेकंड। पर जेडी साउंड दी साडे कोल एक्सपेरिमेंटल वैल्यू हैगी आ, है ना, एट नॉर्मल टेंपरेचर, वो ਅਸੀਂ ਲੈ ਕੇ ਚੱਲਦੇ ਸਾਡੇ ਕੋਲ 332 मीटर पर सेकंड इन एयर आ। यानी साउंड दी स्पीड एयर दे अंदर जे ਅਸੀਂ कैलकुलेट करिए ते साउंड दी स्पीड दी एक्सपेरिमेंटल वैल्यू हैगी आ 332 मीटर पर सेकंड। जेडी न्यूटन दी मैथमेटिकल वैल्यू आ वो आई 280 मीटर पर सेकंड। जे ਇਹਦੀ मैं परसेंटेज चेंज ਕੱਢਣੀ ਆ, परसेंटेज चेंज ਦਾ मतलब आ जाएगा चेंज इन वैल्यू ओवर ओरिजिनल वैल्यू इनटू 100%। ते जे परसेंटेज चेंज कढीए ते वो परसेंटेज डिफरेंस जेड़ा हैगा वो अप्रॉक्सीमेटली 16% बनदा वा। गल समझ लगदी पई? Yes, sir. Yes, sir. Yes, sir. But experimental value of sound speed, ठीक है, ਉਹਦੀ वैल्यू अपने को आ जाती 332 मीटर पर सेकंड, ठीक है जी। ਤੇ ਜੇ ਇਸ वैल्यू ਦਾ ਤੁਸੀਂ ਐਸ ਸੱਚ ਡਿਫਰੈਂਸ ਲੈਣੇ ਹੋ, ਆਪਾਂ ਇੱਥੇ ਜੇ ਇਹਦਾ ਡਿਫਰੈਂਸ ਕੱਢ ਦਈਏ, therefore percentage change in speed of sound, परसेंटेज चेंज ਕੱਢਣੀ ਹੋਵੇ ਤੇ ਆਪਣੇ ਕੋਲ ਆ ਜਾਏਗੀ 332 minus 280 over 332 into 100%। अब तो सारी चीज की वैल्यू अप्रॉक्सीमेटली 16% आ, ठीक है। ਇਹਦਾ मतलब हो गया न्यूटन ਦੇ ਅਕੋਰਡਿੰਗਲੀ ਉਹ ਕਹਿੰਦਾ ਸੀਗਾ ਕਿ 16% ਦੀ ਐਰਰ ਜੈਨੂਇਨ ਆ, ਠੀਕ ਹੈ, ਕਿ ਵੀ ਇੰਨੀ ਕ ਐਰਰ ਆ ਜਾਂਦੀ ਹੈ ਕਿਉਂਕਿ ਇਹਦੀ ਕੋਈ ਹੋਰ ਐਸਐਚ ਇਹਦੀ ਐਕਸਪਲੇਨੇਸ਼ਨ ਨੂੰ ਕਟਿੰਗ ਹੈ ਨਹੀਂ ਸੀਗੀ। इसलिए ਅਸੀਂ ਮੰਨਿਆ ਕਿ ਠੀਕ ਆ ਨਿਊਟਨ ਨੇ ਜਿਹੜੇ ਵੇ ਨਾਲ ਸਾਊਂਡ ਦੀ ਸਪੀਡ ਕੈਲਕੂਲੇਟ ਕੀਤੀ ਉਹ ਸਹੀ ਸੀਗਾ, ਉਹ ਚ ਕੋਈ ਗਲਤੀ ਨਹੀਂ। ਬਟ ਲੈਪਲੈਸ ਕਰੈਕਸ਼ਨ ਵਾਲਾ ਪਾਰਟ ਜਦੋਂ ਹੁਣ ਅੱਗੇ ਐਡ ਕਰਨ ਲੱਗੇ
ਲੈਪਲਸ ਮੈਥਮੈਟੀਸ਼ੀਅਨ ਸੀਗਾ, ਠੀਕ ਹੈ ਜੀ। ਉਹਨੇ ਐਸਐਚ ਇਹ ਕਿਹਾ ਕਿ ਸਾਊਂਡ ਜਦੋਂ 에ਅਰ ਚ ਪ੍ਰੋਪੇਗੇਟ ਕਰਦੀ ਹੈ ਨਾ, ਤੇ ਨਿਊਟਨ ਦੀ ਇੱਕ ਬੇਸਿਕ ਕੰਡੀਸ਼ਨ ਗਲਤ ਹੈਗੀ ਆ। ਉਹਨੇ ਕਿਹਾ ਕਿ ਨਿਊਟਨ ਨੇ ਜਿਹੜੀ ਇਹ ਅਜ਼ੰਪਸ਼ਨ ਲਗਾਈ ਨਾ ਕਿ ਸਾਊਂਡ 에ਅਰ ਚ ਅੰਡਰ ਆਈਸੋਥਰਮਲ ਕੰਡੀਸ਼ਨ ਚੱਲਦੀ ਆ, ਮਤਲਬ ਕੰਪਰੈਸ਼ਨ ਵਾਲੇ ਰੀਜਨ ਚ ਜਦੋਂ ਟੈਂਪਰੇਚਰ ਵੱਧਦਾ, ਠੀਕ ਹੈ, ਉਤੋਂ ਹੀਟ ਨਿਕਲ ਕੇ ਰੇਅਰਫੈਕਸ਼ਨ ਵਾਲੇ ਰੀਜਨ ਚ ਜਾਂਦੀ। ਉਹ ਕਹਿੰਦਾ ਜੀ ਇਹ ਕੰਡੀਸ਼ਨ ਗਲਤ ਆ। ਕਿਉਂ? ਉਹਨੇ ਕਿਹਾ ਕਿ ਵੀ ਜਿਹੜੀ ਸਾਡੀ 에ਅਰ ਆ ਨਾ, 에ਅਰ ਸਾਡੀ 에ਅਰ ਸਾਡੀ ਆਪਣੇ ਆਪ ਚ ਜਿਹੜੀ ਆ ਉਹ ਇਨਸੂਲੇਟਰ ਆ। 에ਅਰ ਹੀਟ ਕੰਡਕਟ ਨਹੀਂ ਕਰਦੀ, ਠੀਕ ਹੈ, 에ਅਰ ਹੀਟ ਕੰਡਕਟ ਨਹੀਂ ਕਰਦੀ। 에ਅਰ ਦੀ ਜਿਹੜੀ ਥਰਮਲ ਇਨਸੂਲੇਸ਼ਨ ਉਹ ਬਹੁਤ ਹਾਈ ਹੈਗੀ ਆ, ਇਸ ਲਈ ਐਸਐਚ ਕੰਪਰੈਸ਼ਨ ਵਾਲੇ ਰੀਜਨ ਚੋਂ ਹੀਟ ਨਿਕਲ ਕੇ ਰੇਅਰਫੈਕਸ਼ਨ ਵਾਲੇ ਰੀਜਨ ਚ ਜਾ ਹੀ ਨਹੀਂ ਸਕਦੀ। ਦੂਜਾ ਉਹਨੇ ਕਿਹਾ ਕਿ ਸਾਊਂਡ ਦੇ ਟਰੈਵਲ ਕਰਨ ਦੀ ਸਪੀਡ ਹੈਗੀ 332 ਮੀਟਰ ਪਰ ਸੈਕਿੰਡ, ਮਤਲਬ ਇੱਕ ਸੈਕਿੰਡ ਦੇ ਅੰਦਰ ਉਹ 330 ਮੀਟਰ ਜਿਹੜਾ ਵਾ ਸਾਊਂਡ ਡਿਸਟੈਂਸ ਟਰੈਵਲ ਕਰ ਜਾਂਦੀ ਹੈ। ਤੇ ਇਹਦਾ ਮਤਲਬ ਆ ਪ੍ਰੋਪੇਗੇਸ਼ਨ ਆਫ ਸਾਊਂਡ ਇਜ਼ ਕੁਆਇਟ ਰੈਪਿਡ। ਇਟ ਮੀਨਸ ਕਹਿੰਦਾ ਜੀ ਜਦੋਂ 에ਅਰ ਚ ਸਾਊਂਡ ਪ੍ਰੋਪੇਗੇਟ ਕਰਦੀ ਹੈ ਨਾ, ਤੇ 에ਅਰ ਦੇ ਅੰਦਰ ਕੰਪਰੈਸ਼ਨ ਤੇ ਰੇਅਰਫੈਕਸ਼ਨ ਜਿਹੜੇ ਬਣਦੇ ਆ ਉਹ ਬਹੁਤ ਰੈਪਿਡ ਬਣਦੇ ਆ। ਔਰ ਉਹਨੇ ਕਿ ਰੈਪਿਡਨੈਸ ਦੇ ਅੰਦਰ, ਠੀਕ ਹੈ ਜੀ, ਇਟ ਇਜ਼ ਨਾਟ ਕਹਿੰਦਾ ਜੀ ਅਵੇਲੇਬਲ ਫॉर ਦਾ ਹੀਟ ਟੂ ਐਕਸਚੇਂਜ ਫਰਮ ਕੰਪਰੈਸ਼ਨ ਟੂ ਦਾ ਕਹਿੰਦਾ ਜੀ ਰੇਅਰਫੈਕਸ਼ਨ। ਮਤਲਬ ਹੀਟ ਦੀ ਐਸ ਸੱਚ ਜਿਹੜੀ ਟ੍ਰਾਂਸਫਰਿੰਗ ਹੈਗੀ ਆ, ਪਹਿਲੇ ਤਾਂ ਇਹ ਰੀਜ਼ਨ ਆ ਹੀਟ ਟ੍ਰਾਂਸਫਰ ਇਸ ਲਈ ਨਹੀਂ ਹੋ ਸਕਦੀ ਕਿਉਂਕਿ ਹੀਟ ਨੂੰ ਟ੍ਰਾਂਸਫਰ ਕਰਨ ਲਈ ਕੰਡਕਟਿੰਗ ਮੀਡੀਅਮ ਚਾਹੀਦਾ, ਤੇ 에ਅਰ ਕੰਡਕਟਿੰਗ ਮੀਡੀਅਮ ਨਹੀਂ ਹੈਗਾ। 에ਅਰ ਆਪਣੇ ਆਪ ਚ ਥਰਮਲ ਇਨਸੂਲੇਸ਼ਨ ਸ਼ੋ ਕਰਦਾ, ਤੇ ਜੇ 에ਅਰ ਦੇ ਥਰੂ ਹੀਟ ਕੰਡਕਟ ਨਹੀਂ ਹੋਣੀ, ਠੀਕ ਹੈ, ਤੇ ਇਹਦਾ ਮਤਲਬ ਆ ਕੰਪਰੈਸ਼ਨ ਚੋਂ ਹੀਟ ਨਿਕਲ ਕੇ ਰੇਅਰਫੈਕਸ਼ਨ ਨੂੰ ਟ੍ਰਾਂਸਫਰ ਨਹੀਂ ਹੋ ਸਕਦੀ। ਤੇ ਦੂਜਾ ਕੰਪਰੈਸ਼ਨ ਤੇ ਰੇਅਰਫੈਕਸ਼ਨ ਉਹ ਕਹਿੰਦਾ ਇੰਨੀ ਕੁ ਰੈਪਿਡਲੀ ਬਣਦੇ ਆ, ਇੰਨੀ ਕੁ ਸਪੀਡ ਨਾਲ ਬਣਦੇ ਆ ਕਿ there is no time available for the heat to transfer from the compression region to the rarefaction region। ਇਹਦਾ ਮਤਲਬ ਇਹ ਹੋ ਗਿਆ ਕਿ ਸਾਊਂਡ ਦੀ ਪ੍ਰੋਪੇਗੇਸ਼ਨ 에ਅਰ ਦੇ ਅੰਦਰ ਆਈਸੋਥਰਮਲ ਕੰਡੀਸ਼ਨ ਚ ਨਾ ਹੋ ਕੇ ਐਡੀਆਬੈਟਿਕ ਕੰਡੀਸ਼ਨ ਚ ਹੁੰਦੀ ਹੈ। ਕਿ ਇੰਨੀ ਗੱਲ ਸਮਝ ਲੱਗੀ? Yes, sir. ਹਾਂਜੀ ਸਰ। ਯੈਸ ਸਰ। ਜਿਹੜੀ ਚੀਜ਼ ਦੱਸਦਾ ਪਿਆ, ਜੋ ਬੋਲ ਕੇ ਦੱਸਦਾ ਪਿਆ, ਇਹ ਤੁਸੀਂ ਲਿਖ ਕੇ ਦੇਣੀ ਹੈ ਨਾਲ। ਤੁਸੀਂ ਜਦੋਂ ਲੈਪਲਸ ਕਰੈਕਸ਼ਨ ਦੋਗੇ ਤਾਂ ਲੈਪਲਸ ਕਰੈਕਸ਼ਨ ਦੇ ਅੰਦਰ ਇਹੀ ਚੀਜ਼ਾਂ ਤੁਸੀਂ ਐਸਐਚ ਵਰਡਿੰਗ ਚ ਲਿਖ ਕੇ ਦੇਣੀਆਂ ਕਿ ਵੀ ਐਕਚੁਅਲੀ ਸਾਊਂਡ ਕਹਿੰਦਾ ਜੀ ਵੈਨ ਟਰੈਵਲ ਇਨ 에ਅਰ, ਤੇ 에ਅਰ ਇਜ਼ ਅ ਕਹਿੰਦਾ ਜੀ ਇਨਸੂਲੇਟਿੰਗ ਮੀਡੀਅਮ, so heat never to be exchanged from the ਕਹਿੰਦਾ ਜੀ compression to the rarefaction। also speed of sound is quite rapid, ठीक है, it means there is no time available for the sound, ठीक है, to transfer the heat from compression region to the rarefaction। it means sound ਦੀ propagation ਜਿਹੜੀ ਹੋਏਗੀ ਉਹ under adiabatic condition ਆ, ਯਾਨੀ ਜਿੱਥੇ PV equal to constant ਲਗਾਇਆ, ਇੱਥੇ ਕੰਡੀਸ਼ਨ adiabatic ਵਾਲੀ ਲੱਗਣੀ ਆ। ਕੋਈ ਦੱਸੇਗਾ ਕਿਹੜੀ ਸੀਗੀ ਕੰਡੀਸ਼ਨ? PV power gamma is equal to constant। ਬਿਲਕੁਲ, ਜਿੱਥੇ PV equal to constant ਆਂਦਾ, ਐਡੀਆਬੈਟਿਕ ਦੀ ਆਪਣੀ ਸਟੈਂਡਰਡ ਇਕੁਏਸ਼ਨ PV raised to power gamma equal to constant ਆ, ਉਹਨੂੰ ਯੂਜ਼ ਕਰਾਂਗੇ। ਇਹਦਾ ਮਤਲਬ ਲੈਪਲਸ ਕਰੈਕਸ਼ਨ ਵਾਲਾ ਪਾਰਟ ਜਿਹੜਾ ਹੋਏਗਾ, ਲੈਪਲਸ ਕਰੈਕਸ਼ਨ ਵਾਲੇ ਪਾਰਟ ਦੇ ਅੰਦਰ ਅਸੀਂ ਲਿਖਾਂਗੇ we know that for adiabatic condition for adiabatic condition we use PV raised to power gamma equal to constant। ਯਾਨੀ ਜਿਹੜੀ ਪੁੱਤ ਇਹਦੀ ਡਿਫਰੈਂਸ਼ੀਏਸ਼ਨ ਕੀਤੀ ਸੀ ਆਪਾਂ, ਉਹਦੀ ਥਾਂ ਤੇ ਹੁਣ ਆਹ ਟਰਮ ਆ ਜਾਏਗੀ, ਇਹਦੀ ਪ੍ਰੋਪਰ ਡਿਫਰੈਂਸ਼ੀਏਸ਼ਨ ਕਰ ਦਾਂਗੇ PV raised to power gamma equal to constant ਵਾਲੀ ਟਰਮ ਨੂੰ। ਇਹਨੂੰ ਵੀ ਆਪਾਂ ਲਿਖਣ ਦਾ ਮੈਥਡ ਉਹੀ ਹੋ ਜਾਏਗਾ। ਜੇ ਪੂਰੀ ਡਿਫਰੈਂਸ਼ੀਏਸ਼ਨ ਕਰਨੀ ਚਾਹੁੰਦੇ ਹੋ ਤੇ ਇਹਨੂੰ ਵਿਦ ਰਿਸਪੈਕਟ ਟੂ ਵੋਲਿਊਮ ਜਾਂ ਵਿਦ ਰਿਸਪੈਕਟ ਟੂ ਪ੍ਰੈਸ਼ਰ ਕੰਪਲੀਟ ਡਿਫਰੈਂਸ਼ੀਏਟ ਕਰ ਲਓ, ਠੀਕ ਹੈ। ਅਦਰਵਾਈਜ਼ ਇਹਨੂੰ ਸ਼ਾਰਟ ਚ ਲਿਖਣਾ ਤੇ ਜਿਹੜੀ ਪਾਰਸ਼ੀਅਲ ਡਿਫਰੈਂਸ਼ੀਏਸ਼ਨ ਇੱਥੇ ਲਿਖੀ ਆ, ਇਸੇ ਮੈਥਡ ਨਾਲ ਇੱਥੇ ਲਿਖ ਸਕਦੇ ਹੋ। ਕਿੱਦਾਂ ਕਰਾਂਗੇ ਜੀ, ਕੋਈ ਦੱਸੇਗਾ? बोलेगा कोई जना की लिखा? T कांस्टेंट आ गया, V पावर गामा दी डिफरेंशिएशन की लिखूंगा? गामा into V power gamma minus। बिल्कुल, गामा इनटू पहले पावर ਨੂੰ ਲਗਾ ਲਓ, ਜਿੰਨੀ ਪਾਵਰ ਆ ਬੇਸ ਨਾਲ ਮਲਟੀਪਲਾਈ, ਉੱਪਰ ਇੱਕ ਪਾਵਰ ਮਾਈਨਸ, ਇਹ ਆ ਗਈ ਪਾਵਰ ਦੀ ਡਿਫਰੈਂਸ਼ੀਏਸ਼ਨ। ਉਸ ਤੋਂ ਬਾਅਦ ਬੇਸ ਦੀ ਕਰ ਦਾਂਗੇ, ਬੇਸ ਦੀ ਡਿਫਰੈਂਸ਼ੀਏਸ਼ਨ dV ਲੱਗ ਜਾਏਗੀ, ਪਲੱਸ ਉਸ ਤੋਂ ਬਾਅਦ ਜਦੋਂ ਆਪਾਂ ਇੱਥੇ ਕਰਾਂਗੇ ਹੁਣ ਇਹਨੂੰ ਕਾਂਸਟੈਂਟ ਤੇ P ਦੀ ਡਿਫਰੈਂਸ਼ੀਏਸ਼ਨ,
ठीक है, ਤੇ ਆਪਣੇ ਕੋਲ ਆ ਗਿਆ ਜੀ v ਪਾਵਰ ਗਾਮਾ ਇਨਟੂ dp ਔਰ ਕਾਂਸਟੈਂਟ ਦੀ ਡਿਫਰੈਂਸ਼ੀਏਸ਼ਨ 0। क्या ਆ ਸਟੈਪ ਕਲੀਅਰ ਹੈ ਸਾਰਿਆਂ ਨੂੰ? Yes, sir. Yes, sir. ਬਾਕੀ ਸੌਂਗੇ ਸਾਰੇ? Yes, sir. Sir, Yes, actually sir. repeat Yes, करियो sir. differentiation वाला। ਜਿੱਦਾਂ ਪਾਵਰ ਰੂਲ ਲਗਾਈਦਾ ਉਹੀ ਲਗਾਇਆ ਵਾ। ਆਪਾਂ ਇਹਨੂੰ ਡਿਫਰੈਂਸ਼ੀਏਟ ਕਰਨਾ ਹੋਵੇ, ਆਪਾਂ ਇਹਦੀ ਡਿਫਰੈਂਸ਼ੀਏਸ਼ਨ ਜਿੱਦਾਂ ਪੂਰੀ ਲਿਖਦੇ ਆ, ਇਹਨੂੰ ਟਰਮ ਨੂੰ ਡਿਫਰੈਂਸ਼ੀਏਟ ਕਰ ਦੋ ਵਿਦ ਰਿਸਪੈਕਟ ਟੂ ਪ੍ਰੈਸ਼ਰ, ਮੰਨ ਲਓ ਭਾਵੇਂ ਵੋਲਿਊਮ ਕਹਿ ਦੋ। ਆਪਾਂ ਇਹਨੂੰ ਜਦੋਂ ਡਿਫਰੈਂਸ਼ੀਏਟ ਕਰਦੇ ਆ ਪੁੱਤ, ਆਪਾਂ ਇਹਨੂੰ ਡਿਫਰੈਂਸ਼ੀਏਸ਼ਨ ਦਾ ਕੀ ਮੈਥਡ ਲਿਖਿਆ, p ਬਾਰ ਕੱਢ ਦਿਓ। ਠੀਕ ਹੈ ਜੀ, ਇਹਦੇ ਬਾਅਦ d/dp ਆਫ v ਪਾਵਰ ਗਾਮਾ, ਕਾਂਸਟੈਂਟ ਦੀ ਤਾਂ 0 ਹੀ ਰਹੇਗੀ। ਇਹਦੀ ਡਿਫਰੈਂਸ਼ੀਏਸ਼ਨ ਜਦੋਂ ਕਰਨੀ ਆ, ਪਹਿਲਾਂ ਪਾਵਰ ਰੂਲ ਲੱਗੇਗਾ। ਠੀਕ ਹੈ ਜੀ, ਪਾਵਰ ਰੂਲ ਚ ਗਾਮਾ ਇਨਟੂ v ਪਾਵਰ ਕਹਿੰਦਾ ਜੀ ਗਾਮਾ -1। ਉਸ ਤੋਂ ਬਾਅਦ ਅਸੀਂ ਬੇਸ ਦੀ ਡਿਫਰੈਂਸ਼ੀਏਸ਼ਨ ਕਰਨੀ ਆ। ਠੀਕ ਹੈ, ਬੇਸ ਦੀ ਡਿਫਰੈਂਸ਼ੀਏਸ਼ਨ dv/dp ਆ ਜਾਏਗੀ, ਆ ਬਣ ਜਾਏਗੀ ਟਰਮ। ਪਲੱਸ ਉਸ ਤੋਂ ਬਾਅਦ ਅਸੀਂ ਜਦੋਂ ਇਹਦੀ ਡਿਫਰੈਂਸ਼ੀਏਸ਼ਨ ਕਰਾਂਗੇ, ਹੁਣ v ਪਾਵਰ ਗਾਮਾ ਛੱਡ ਦਿਓ ਤੇ ਅਸੀਂ d/dp ਆਫ p ਕਰਨਾ ਵਾ। ਹੁਣ ਇੱਥੇ ਵੀ ਪਹਿਲਾਂ ਪਾਵਰ ਰੂਲ ਲੱਗੇਗਾ। ਪਾਵਰ ਰੂਲ ਦੇ ਹਿਸਾਬ ਨਾਲ 1 into p ਪਾਵਰ 0 ਮੁੜ ਕੇ ਨਾਲ dp ਲੱਗੇਗਾ। ਠੀਕ ਹੈ, ਹੁਣ ਕਿਉਂਕਿ ਇੱਥੇ dp/dp ਬਣ ਜਾਂਦਾ, ਇਸ ਲਈ ਇਹ ਟਰਮ ਸਿੱਧੀ ਸਿੱਧੀ 1 ਬਣ ਜਾਂਦੀ ਆ। ਇੰਨੀ ਗੱਲ ਕਲੀਅਰ ਆ? Yes, sir. Yes, sir. ਠੀਕ ਹੈ ਨਾ, ਯਾਨੀ ਆ ਟਰਮ ਇੱਧਰ 0, ਆ ਟਰਮ ਅਗਲੇ ਸਟੈਪ 'ਚ ਆਪਾਂ ਹਟਾ ਦੇਣੀ ਤੇ ਆ dp ਜਿਹੜਾ ਇੱਧਰ ਵੀ ਮਲਟੀਪਲਾਈ ਹੋ ਕੇ ਲੱਗ ਜਾਣਾ, ਇੱਧਰ ਵੀ ਲੱਗ ਜਾਣਾ। ਅਲਟੀਮੇਟ ਮੇਰੇ ਕੋਲ ਆਹੀ ਵਾਲਾ ਸਟੈਪ ਜਿਹੜਾ ਲਿਖਿਆ ਉਹ ਬਣ ਜਾਂਦਾ। ਕਲੀਅਰ ਆ? Yes, sir. ਕਰੀਏ ਕੰਟੀਨਿਊ। हाँ जी क्या sir. कंटिन्यू क्लियर है सारे ਨੂੰ? ਚਲੋ Yes, sir. ਹੁਣ ਜੇ ਇਹਨੂੰ ਆਪਾਂ ਕੰਟੀਨਿਊ ਕਰੀਏ, ਫਿਰ ਜਿੱਦਾਂ ਇੱਥੇ ਆਪਾਂ ਵੈਲਿਊ ਕੱਢੀ ਸੀਗੀ ਐਸ ਸੱਚ ਬਲਕ ਮੋਡੂਲਸ ਵਾਲੀ, ਸੇਮ ਉਹੀ ਸਟੈਪ ਆਣੇ ਆ। ਇਸ ਟਰਮ ਨੂੰ ਆਪਾਂ ਡਿਵੈਲਪ ਕਰੀਏ ਤਾਂ ਆਪਣੇ ਕੋਲ ਟਰਮ ਬਣ ਜਾਣੀ ਆ ਗਾਮਾ ਇਨਟੂ p ਇਨਟੂ v ਪਾਵਰ ਗਾਮਾ -1 ਇਨਟੂ dv ਇਕੁਅਲ ਟੂ -v ਪਾਵਰ ਗਾਮਾ ਇਨਟੂ dp। ਠੀਕ ਹੈ, ਇੱਥੇ ਗਾਮਾ p ਛੱਡ ਲਓ, ਬਾਕੀ ਸਾਰੀ ਟਰਮ ਦੂਜੇ ਪਾਸੇ ਲੈ ਚਲੀਏ ਤੇ देयरफॉर ਸਾਡੇ ਕੋਲ ਗਾਮਾ ਇਨਟੂ p ਦੀ ਵੈਲਿਊ ਆ ਜਾਏਗੀ -v ਪਾਵਰ ਗਾਮਾ ਇਨਟੂ dp ਓਵਰ v ਪਾਵਰ ਗਾਮਾ -1 ਇਨਟੂ dv। ਤੇ ਜੇ ਆ v ਪਾਵਰ ਗਾਮਾ -1 ਨੂੰ ਉੱਪਰ ਲੈ ਜਾਵਾਂ ਤੇ ਇਹ ਮਾਈਨਸ ਗਾਮਾ ਪਲੱਸ 1 ਬਣ ਜਾਣੀ। ਆਪਣੇ ਕੋਲ ਟਰਮ ਬਣ ਜਾਏਗੀ -v ਪਾਵਰ ਗਾਮਾ ਇਨਟੂ dp ਇਨਟੂ v ਪਾਵਰ ਮਾਈਨਸ ਗਾਮਾ ਪਲੱਸ 1 ਓਵਰ dv। ਠੀਕ ਹੈ, ਤੇ ਜੇ v ਦੀ ਪਾਵਰਾਂ ਇਕੱਠੀਆਂ ਕਰ ਲਾਂ, ਬੇਸ ਸੇਮ ਆ, ਪਾਵਰ ਐਡ ਕਰ ਲਓ ਤੇ ਆਪਣੇ ਕੋਲ ਟਰਮ ਬਣਾਓ ਕੀ ਬਣਦੀ ਪਈ ਆ। ਆਪਣੇ ਕੋਲ ਇਸ ਥਾਂ ਤੇ ਟਰਮ ਆ ਜਾਏਗੀ देयरफॉर गामा इनटू p इक्वल टू dp by dv एक पासे लिख लेने माइनस ਦੇ ਨਾਲ v ਪਾਵਰ ਗਾਮਾ ਮਾਈਨਸ ਗਾਮਾ ਪਲੱਸ 1 ਤੇ ਜੇ ਇਹਨੂੰ ਐਡਜਸਟ ਕਰੋ ਗਾਮਾ ਆਪਣੇ ਕੋਲ ਪਾਵਰ ਕੈਨਸਲ ਹੋ ਜੂ, ਟਰਮ ਆ ਗਈ ਮਾਈਨਸ dp ਇਨਟੂ v ਪਾਵਰ 1 ਓਵਰ dv। ਔਰ ਜਿੱਦਾਂ ਇੱਥੇ ਬਣਾਇਆ ਸੀ ਆ ਸਾਰੀ ਟਰਮ ਨੂੰ, ਠੀਕ ਹੈ ਜੀ, ਸੇਮ ਇਸੇ ਸਟੈਪ 'ਚ ਇੱਥੇ ਫਿਰ ਵੈਲਿਊ ਬਣਾ ਲਓ। ਆ v ਦੀ ਪਾਵਰ 1 ਨੀਚੇ ਲੈ ਚਲੋ ਤੇ ਆਪਣੇ ਕੋਲ ਟਰਮ ਆ ਜਾਏਗੀ देयरफॉर गामा इनटू p इक्वल टू माइनस dp ओवर dv by v। और आ जिन्नी टर्म बनी आ इनु ਅਸੀਂ ਕੀ ਡਿਫਾਈਨ ਕਰਦੇ, ਕੀ ਆ ਗਿਆ ਸਾਡੇ ਕੋਲ? Bulk modulus। ਆ ਸਾਰੀ ਵੈਲਿਊ ਸਾਡੇ ਕੋਲ ਬਲਕ ਮੋਡੂਲਸ ਦੀ ਆਜੂ। ਸੇਮ ਆਹੀ ਸਟੈਪ ਬਣ ਗਿਆ, ਇੱਥੇ dp over dv by v ਸੀਗਾ, ਸੇਮ ਉਹੀ ਚੀਜ਼ ਆਪਣੇ ਕੋਲ ਹੁਣ ਵੀ ਬਣ ਗਈ। ਤੇ ਇੰਨੀ ਚੀਜ਼ ਨੂੰ ਅਸੀਂ ਬਲਕ ਮੋਡੂਲਸ ਨਾਮ ਦਿੰਨੇ ਪਏ, ਸਟ੍ਰੈਸ ओवर वॉल्यूमेट्रिक स्ट्रेन। सेम वही चीज इतने बन गई, ਇਹਦਾ मतलब बल्क मॉडुलस ਦੀ ਵੈਲਿਊ ਆ ਗਈ। ਪਰ ਇੱਥੇ ਬਲਕ ਮੋਡੂਲਸ ਦੀ ਜਿਹੜੀ ਵੈਲਿਊ ਕੱਢੀ ਗਈ ਆ ਉਹ ਅੰਡਰ ਐਡੀਆਬੈਟਿਕ ਕੰਡੀਸ਼ਨ ਆ, ਇਸ ਲਈ ਇਹਨੂੰ ਆਪਾਂ BA ਨਾਲ ਲਿਖ ਦਿੰਦੇ। देयरफॉर स्पीड ऑफ साउंड, ਜਿਹੜਾ स्पीड ऑफ साउंड ਦਾ ਫਾਰਮੂਲਾ ਵਾ is v equal to under root of ਜਿਹੜਾ b by rho ਆ ਉਹ ਚ ਹੁਣ ਇੱਥੇ ਬਲਕ ਮੋਡੂਲਸ ਦੀ ਵੈਲਿਊ ਅੰਡਰ ਐਡੀਆਬੈਟਿਕ ਕੰਡੀਸ਼ਨ ਆ ਜਾਓ। Yes, sir. ਓਏ ਸਾਰਿਆਂ ਨੂੰ ਇੰਨਾ ਸਮਝ ਲੱਗ ਰਿਹਾ? Yes, sir. Yes, Yes sir. sir। देयरफॉर ਹੁਣ ਇੱਥੇ ਜੇ ਆਪਾਂ ਵੈਲਿਊ ਪੁੱਟ ਅਪ ਕਰ ਦਈਏ ਤੇ ਆਪਣੇ ਕੋਲ ਵੈਲਿਊ ਆ ਗਈ ਗਾਮਾ ਇਨਟੂ p by rho।
ਇਹਨੂੰ ਸਪਲਿਟ ਕਰਕੇ ਇਦਾਂ ਪੜ ਲਵਾਂ रूट गामा into रूट p by rho ਤੇ ਆ रूट p by rho ਦੀ ਵੈਲਿਊ ਅਸੀਂ ਇੱਥੇ ਬਣਾ ਚੁੱਕੇ ਆ ਆਲਰੇਡੀ रूट p by rho ਮੇਰਾ 280 ਮੀਟਰ ਪਰ ਸੈਕਿੰਡ ਬਣਿਆ ਸੀ ਇਹਦਾ ਮਤਲਬ ਇੱਥੇ ਮੈਨੂੰ ਗਾਮਾ ਦੀ ਵੈਲਿਊ ਪਤਾ ਹੋਵੇ ਗਾਮਾ ਦੀ ਵੈਲਿਊ ਗੈਸ ਦੀ ਨੇਚਰ ਦੇ ਅਕੋਰਡਿੰਗਲੀ ਆਂਦੀ ਕਿ ਗੈਸ ਮੋਨੋ ਐਟੋਮਿਕ ਆ ਡਾਇਐਟੋਮਿਕ ਆ ਟਰਾਈ ਆ ਕਿ ਪੋਲੀ ਆ ਅਸੀਂ ਐਸ ਸੱਚ ਇਹਦੀ ਗਾਮਾ ਦੀ ਸਿੱਧੀ ਵੈਲਿਊ ਪੁੱਟ ਅਪ ਕਰਨ ਲੱਗੇ ਆ ਕਿ ਗਾਮਾ ਦੀ ਵੈਲਿਊ 에ਅਰ ਵਾਸਤੇ ਸਾਡੇ ਕੋਲ ਜਿਹੜੀ ਆ ਠੀਕ ਹੈ here gamma equal to 1.41 for air ਇਹ ਸਟੈਂਡਰਡ ਵੈਲਿਊ ਆ ਸਿੱਧੀ ਲਿਖਾਂਗੇ ਕਿ 에ਅਰ ਵਾਸਤੇ ਗਾਮਾ ਦੀ ਵੈਲਿਊ ਮੇਰੇ ਕੋਲ ਨੋਨ ਸੀਗੀ रूट p by rho ਦੀ ਵੈਲਿਊ ਮੇਰੇ ਕੋਲ 280 ਆ ਗਈ रूट p by rho ਦੀ ਵੈਲਿਊ ਸਾਡੇ ਕੋਲ ਐਸਾ ਚ 280 ਮੀਟਰ ਪਰ ਸੈਕਿੰਡ ਆ ਗਈ ਠੀਕ ਹੈ ਇਹਦੇ ਨਾਲ ਆ ਗਾਮਾ ਦੀ ਵੈਲਿਊ ਤੇ ਇਧਰੋਂ रूट p by rho ਦੀ ਜੇ ਵੈਲਿਊ ਇੱਥੇ ਪੁੱਟ ਅਪ ਕਰ ਦਈਏ ਅਲਟੀਮੇਟ ਜਿਹੜੀ ਸਾਊਂਡ ਦੀ ਸਪੀਡ ਨਿਕਲ ਕੇ ਆਂਦੀ ਆ ਇਹ ਐਗਜ਼ੈਕਟਲੀ 332 ਮੀਟਰ ਪਰ ਸੈਕਿੰਡ ਆ ਜਾਂਦੀ ਯਾਨੀ ਜੇ ਇਹ ਵੈਲਿਊ ਪੁੱਟ ਅਪ ਕਰੀਏ therefore v equal to root of 1.41 into 280 और इस सारी चीज की वैल्यू जी आ ठीक है जी दैट कम आउट टू बी 332 मीटर पर सेकंड यानी फिर जेडी लैपलेस ने साउंड की स्पीड कट के दी वो एग्जैक्टली ਇਹਦੀ एक्सपेरिमेंटल वैल्यू ना मैच करती सी ਉਹਦੇ ਬਿਹਾਫ ਤੇ ਫਿਰ ਉਹਨੇ ਡਿਫਾਈਨ ਕਰ ਦਿੱਤਾ ਕਿ ਸਾਊਂਡ ਜਦੋਂ 에ਅਰ 'ਚ ਟਰੈਵਲ ਕਰੇਗੀ ਉਹ ਆਈਸੋਥਰਮਲ ਕੰਡੀਸ਼ਨ 'ਚ ਨਾ ਟਰੈਵਲ ਕਰਕੇ that should be travel under the adiabatic condition ਤੇ ਐਡੀਆਬੈਟਿਕ ਕੰਡੀਸ਼ਨ ਦੇ ਅੰਦਰ ਸਾਊਂਡ ਦੀ ਸਪੀਡ ਐਗਜ਼ੈਕਟਲੀ ਉਨੀ ਆ ਜਾਂਦੀ ਜਿੰਨੀ ਤੁਹਾਡੇ ਕੋਲ ਜਿਹੜੀ ਉਹਦੀ ਐਕਸਪੈਰੀਮੈਂਟਲ ਵੈਲਿਊ ਆ ਇਸ ਲਈ ਜਦੋਂ ਵੀ ਨਿਊਟਨ ਫਾਰਮੂਲਾ ਅਸੀਂ ਕੈਲਕੂਲੇਟ ਕਰਦੇ ਲੈਪਲੇਸ ਕਰੈਕਸ਼ਨ ਪੇਪਰ 'ਚ ਕਵੇ ਜਾਂ ਨਾ ਕਵੇ ਇਹ ਪਾਰਟ ਨਾਲ ਹੀ ਐਡ ਹੋ ਕੇ ਆਣਾ ਕਿਆ ਇਨਾ ਕਲੀਅਰ ਆ Yes, sir.